ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਏ ਜਾਮ ਦਿਨ ਜਬ ਗਿਓ ਸ੍ਰੀ ਗੁਰ ਕਰ ਬਿਸਰਾਮ। ਜੁਗੋ ਜੁਗ ਅਟਲ ਗਿਆਨ ਸਮੁੰਦਰ ਬਾਣੀ ਦੇ ਬੋਹਿਤ ਛਤਰ ਚਬਰ ਤਖਤ ਦੇ ਮਾਲਕ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਨਿਰੰਕਾਰ ਸਰੂਪ ਅਕਾਲ ਪੁਰਖ ਜੋਤ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਜੇ ਹੋਏ ਪਾਵਨ ਦਰਬਾਰ ਗੁਰੂ ਚਰਨਾਂ ਦੇ ਪਿਆਰ ਵਿੱਚ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਨਾਲ ਜੁੜੇ ਹੋਏ ਚਰਨਾਂ ਨਾਲ ਜੁੜੇ ਹੋਏ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ ਰਹਿਰਾਸ ਸਾਹਿਬ ਜੀ ਦੇ ਜਾਪ ਅਰਦਾਸ ਮੁੱਖ ਵਾਕ ਸਰਵਣ ਕੀਤੇ ਉਪਰੰਤ ਕੀਰਤਨ ਦਾ ਇੱਕ ਸ਼ਬਦ ਅੰਮ੍ਰਿਤਮਈ ਬਾਣੀ ਦਾ ਸਰਵਣ ਕੀਤੇ। ਆਓ ਨਿਤਨੇਮ ਅਨੁਸਾਰ ਲੜੀਵਾਰ ਵਿਚਾਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਜੋ ਮਹਾਨ ਗ੍ਰੰਥ ਹੈ ਸਿੱਖ ਇਤਿਹਾਸ ਦਾ, ਇਹ ਵਿਚਾਰ ਆਪ ਸਰਵਣ ਕਰਦੇ ਆ ਰਹੇ ਹੋ। ਗੁਰੂ ਇਤਿਹਾਸ ਦੀ ਚਲਦੇ ਇਤਿਹਾਸ ਵਿੱਚ ਕੱਲ੍ਹ ਆਪ ਨੇ ਸੁਣਿਆ ਸੀ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ਾਂ ਦੇ ਦਾਤੇ ਸ੍ਰੀ ਅੰਮ੍ਰਿਤਸਰ ਤੋਂ ਆਪਣੇ ਸਾਹਿਬਜ਼ਾਦੇ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਪੰਜਾਂ ਗੁਰਸਿੱਖਾਂ ਨੂੰ ਨਾਲ ਲੈ ਕੇ ਰਹਿਮਤਾਂ ਵਰਤਾਉਂਦੇ ਹੋਏ ਲਾਹੌਰ ਪਹੁੰਚਦੇ ਨੇ। ਭਾਈ ਸੁੱਧਾ ਜੀ ਦੇ ਘਰ ਜਿਹੜਾ ਪਹਿਲਾਂ ਹੀ ਸਤਿਗੁਰਾਂ ਨੂੰ ਉਡੀਕਦਾ ਸੀ, ਅਰਦਾਸਾਂ ਕਰਦਾ ਸੀ, ਇਹ ਪੂਰਨ ਗੁਰਮੁਖ ਗੁਰਸਿੱਖ ਸੀ। ਮਹਾਰਾਜ ਦੇ ਪਿਆਰ ਦੇ ਵਿੱਚ ਪਹੁੰਚੇ। ਚੂੜਾਵਨ ਕਵੀ ਭਾਈ ਸੰਤੋਖ ਸਿੰਘ ਇੱਕ ਇਹ ਵੀ ਨਾਲ ਗੱਲ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਅੰਮ੍ਰਿਤਸਰ ਤੋਂ ਚੱਲੇ ਤਾਂ ਉਦੋਂ ਇੱਕ ਗੁਰਸਿੱਖ ਗੋਇੰਦਵਾਲ ਸਾਹਿਬ ਭੇਜਿਆ। ਬਾਬਾ ਮੋਹਰੀ ਜੀ ਦੇ ਵੱਡੇ ਪੁੱਤਰ ਬਾਬਾ ਅਰਥਮਲ ਜੀ ਨੂੰ ਸੁਨੇਹਾ ਦਿੱਤਾ ਕਿ ਛੇਤੀ ਤੋਂ ਛੇਤੀ ਲਾਹੌਰ ਪਹੁੰਚਣਾ, ਸਾਨੂੰ ਮਿਲਣਾ, ਭਾਈ ਸੁੱਧੇ ਦੇ ਘਰ ਆ ਜਾਣ। ਸੋ ਇਸ ਤਰ੍ਹਾਂ ਬਾਬਾ ਅਰਥਮਲ ਜੀ ਬਾਬਾ ਮੋਹਰੀ ਜੀਆਂ ਦੇ ਵੱਡੇ ਪੁੱਤਰ ਜੇਠੇ ਪੁੱਤਰ ਸੀ। ਗੁਰੂ ਅਮਰਦਾਸ ਮਹਾਰਾਜ ਦੇ ਪੋਤਰੇ ਲੱਗਦੇ ਸੀ। ਉਹ ਵੀ ਪਹੁੰਚੇ। ਭਾਈ ਸੁੱਧੇ ਨੇ ਬਹੁਤ ਸੇਵਾ ਕੀਤੀ, ਮਹਾਰਾਜ ਨੂੰ ਲੰਗਰ ਛਕਾਇਆ। ਬੜਾ ਚਾਅ ਚੜ੍ਹਿਆ ਹੈ। ਅੱਜ ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ ਨੇ, ਗੁਰੂ ਦੀਦਾਰ ਹੋਏ ਨੇ। ਸਾਰੀ ਰਾਤ ਘਰ ਵਾਲੀ ਵੀ ਆਪ ਵੀ ਗੁਰਸਿੱਖ ਸਿੱਖਣੀ ਸਮੇਤ ਗਰਮੀ ਦਾ ਮੌਸਮ ਹੋਣ ਕਰਕੇ ਬਾਰ-ਬਾਰ ਮਹਾਰਾਜ ਨੂੰ ਪੱਖਾ ਝੱਲਦੇ ਰਹੇ। ਗੁਰਸਿੱਖਾਂ ਨੂੰ ਵਿਸਰਾਮ ਦਿੱਤਾ। ਦਿਨ ਚੜ੍ਹਿਆ। ਫਿਰ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦਾ ਦੀਵਾਨ ਮਹਾਰਾਜ ਨੇ ਸਜਾਇਆ। ਅਰਥਮਲ ਵੀ ਮਹਾਰਾਜ ਦੇ ਚਰਨਾਂ 'ਚ ਫਿਰ ਦੂਸਰੇ ਦਿਨ ਘੋੜੀ 'ਤੇ ਸਵਾਰ ਹੋ ਕੇ ਪਹੁੰਚ ਜਾਂਦਾ ਹੈ। ਸਤਿਗੁਰਾਂ ਦੇ ਦੀਦਾਰ ਕਰਦਾ ਹੈ, ਬਚਨ ਬਲਾਸ ਹੁੰਦੇ ਨੇ। ਇਹ ਨਾਲ ਕੁਛ ਗੱਲਾਂ ਸਮਕਾਲੀ ਇਤਿਹਾਸਾਂ ਦੀਆਂ ਵੀ ਸੰਗਤਾਂ ਨਾਲ ਸਾਂਝੀਆਂ ਕਰਦੇ ਜਾ ਰਹੇ ਹਾਂ। ਸੋ ਆਓ ਸਤਿਗੁਰੂ ਪਾਤਸ਼ਾਹ ਬਖਸ਼ਿਸ਼ਾਂ ਦੇ ਦਾਤੇ ਭਾਈ ਸੁੱਧਾ ਜੀ ਦੇ ਘਰ ਨੇ, ਬਹੁਤ ਸੇਵਾ ਕਰਦੇ ਨੇ ਭਾਈ ਸੁੱਧਾ ਜੀ। ਅਗਲਾ ਇਤਿਹਾਸ ਸਰਵਣ ਕਰਨ ਵਾਸਤੇ
ਮਨ ਦੀ ਇਕਾਗਰਤਾ, ਗੁਰੂ ਚਰਨਾਂ ਦਾ ਪਿਆਰ, ਰਸਨਾ ਦੀ ਪਵਿੱਤਰਤਾ ਬਣਾਉਂਦੇ ਹੋਏ ਸੁਰਤੀ ਜੋੜ ਕੇ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏ ਜਾਮ ਦਿਨ ਜਬ ਗਿਓ, ਸ੍ਰੀ ਗੁਰੂ ਕਰ ਬਿਸਰਾਮ। ਇਹ ਦੂਸਰਾ ਦਿਨ ਸੀ। ਇਸੇ ਤਰ੍ਹਾਂ ਪਾਤਸ਼ਾਹ ਜੀ ਦੇ ਕੋਲ ਸੰਗਤਾਂ ਹੌਲੀ ਹੌਲੀ ਕਣਸੋ ਜਿੱਥੇ ਜਿੱਥੇ ਵੀ ਗਈ, ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦੀਦਾਰ ਕਰਨ ਪਹੁੰਚ ਰਹੀਆਂ ਨੇ। ਇਉਂ ਦੋ ਪਹਿਰ ਦਿਨ ਚੜ੍ਹਿਆ ਆਉਂਦਾ ਹੈ। ਸੁੱਧੂ ਤ੍ਰਿਆ ਯੁਤ ਸੇਵ ਕਰ ਲੈ ਬੀਜਨ ਅਬਰਾਮ। ਭਾਈ ਸੁੱਧੂ ਜੀ ਤੇ ਉਹਨਾਂ ਦੇ ਘਰੋਂ ਬੀਬੀ ਗੁਰਸਿੱਖਣੀ ਬੜੇ ਹੀ ਚਾਅ ਦੇ ਨਾਲ ਸਤਿਗੁਰੂ ਮਹਾਰਾਜ ਦੀ ਸੇਵਾ ਕਰਦੇ ਨੇ, ਸੰਗਤਾਂ ਨਾਲ ਵੀ ਸੇਵਾ ਕਰਦੇ ਨੇ। ਤਬ ਲੋ ਰਹਿਓ ਜਾਮ ਦਿਨ ਆਈ। ਇਉਂ ਫਿਰ ਦੂਸਰਾ ਤੀਸਰਾ ਪਹਿਰ ਵੀ ਲੰਘਿਆ, ਹੁਣ ਤੀਸਰਾ ਪਹਿਰ ਹੋ ਗਿਆ, ਇੱਕ ਪਹਿਰ ਰਹਿੰਦਾ ਹੈ। ਠੰਡਾ ਜਲ ਗੁਰ ਪਾਨ ਕਰਾਈ। ਸਤਿਗੁਰੂ ਮਹਾਰਾਜ ਜੀਆਂ ਨੇ ਫਿਰ ਠੰਡਾ ਜਲ ਮੰਗਿਆ, ਸੀਤਲ ਜਲ ਤਿਆਰ ਕੀਤਾ। ਉਹਨਾਂ ਸਮਿਆਂ 'ਚ ਕਿਉਂਕਿ ਜੇਠ ਦਾ ਮਹੀਨਾ ਸੀ, ਜਦੋਂ ਕਿਤੇ ਉਹ ਸੰਗਤਾਂ ਇਕੱਤਰ ਹੁੰਦੀਆਂ, ਫਿਰ ਠੰਡੀਆਂ ਸਰਦਾਈਆਂ ਸ਼ੱਕਰ ਪਾ ਕੇ ਦੁੱਧ 'ਚ ਜਾਂ ਲੱਸੀ ਖੱਟੀ 'ਚ ਜਾਂ ਇਸ ਤਰ੍ਹਾਂ ਸੋਹਣੀਆਂ ਸਰਦਾਈਆਂ ਬਦਾਮ ਕਾਜੂ ਰਗੜ ਕੇ ਗੁਰਸਿੱਖ ਸੰਗਤਾਂ ਨੂੰ ਸੰਗਤਾਂ ਛਕਾਇਆ ਕਰਦੀਆਂ। ਇਉਂ ਠੰਡਾ ਜਲ ਵਰਤਿਆ ਹੈ, ਸਾਰਿਆਂ ਨੇ ਛਕਿਆ। ਸੋਚ ਕਰਨ ਹਿਤ ਗੁਰੂ ਸਿਧਾਏ। ਫਿਰ ਸਤਿਗੁਰੂ ਮਹਾਰਾਜ ਕੁਝ ਸਮਾਂ ਬਾਹਰ ਖੇਡੇ ਮਹੱਲੇ ਬਾਹਰ ਸੋਚ ਕਰਨ ਵਾਸਤੇ ਗੁਰਸਿੱਖਾਂ ਨੂੰ ਨਾਲ ਲੈ ਕੇ ਜਾਂਦੇ ਨੇ। ਪਾਂਚ ਸਿੱਖ ਨਿਜ ਸੰਗ ਲਵਾਏ। ਪੰਜੇ ਗੁਰਸਿੱਖ ਵੀ ਨਾਲ ਨੇ, ਹੋਰ ਵੀ ਸੰਗਤਾਂ ਮਹਾਰਾਜ ਦੇ ਨਾਲ ਗਈਆਂ। ਗੁਰ ਬਾਹਰ ਜਬ ਸ੍ਰੀ ਗੁਰੂ ਗਏ। ਜਦੋਂ ਸਤਿਗੁਰੂ ਮਹਾਰਾਜ ਜਾ ਰਹੇ ਸੀ, ਬਾਜ਼ਾਰ ਦੇ ਵਿੱਚ ਦੀ ਲੰਘ ਕੇ ਚੰਦੂ ਦੁਸ਼ਟ ਕੀ ਨਜ਼ਰੀ ਪਏ। ਦੇਵ ਨੇਤ ਨਾਲ ਐਸੀ ਹੋਈ, ਚੰਦੂ ਦੁਸ਼ਟ ਦੇ ਨਾਲ ਮੇਲ ਹੋ ਜਾਂਦਾ, ਦੇਖ ਲੈਂਦਾ। ਦੇਖ ਪਾਪੀ ਮਨ ਮੈਂ ਖੁਨਸਾਈ। ਇਹ ਪਾਪੀ ਦੇਖ ਕੇ ਮਨ ਦੇ ਵਿੱਚ ਬੜਾ ਖੁਣਸਿਆ, ਖਿਝ ਗਿਆ ਹੈ। ਤਨ ਮਨ ਤਾਂ ਕੇ ਆਗ ਲਗਾਈ। ਕਿਉਂ ਮਾਨੋ ਸਤਿਗੁਰਾਂ ਨੂੰ ਦੇਖ ਕੇ ਇਹਦੇ ਤਨ ਤੇ ਮਨ ਨੂੰ ਅੱਗ ਲੱਗੀ, ਸੜ ਗਿਆ ਦੁਸ਼ਟ। ਦੋਹਰਾ ਤਿਸੀ ਸਮੇਂ ਜਾਵਤ ਪਿਓ ਪਾਤਸ਼ਾਹ ਨਿਕਟਾਏ। ਉਸੇ ਸਮੇਂ ਦੁਸ਼ਟ ਚੰਦੂ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਪਹੁੰਚਦਾ ਹੈ। ਜਾਏ ਅਰਜ ਐਸੀ ਕਰੀ ਸੁਨੋ ਸ਼ਾਹ ਗੁਰ ਆਏ। ਜਾ ਕੇ ਚੰਦੂ ਦੁਸ਼ਟ ਜਹਾਂਗੀਰ ਬਾਦਸ਼ਾਹ ਨੂੰ ਚੁੱਕਣਾ ਦਿੰਦਾ ਹੈ। ਕਹਿੰਦਾ ਸਤਿਗੁਰੂ ਜੀ ਲਾਹੌਰ ਆਏ ਹੋਏ ਨੇ। ਚੌਪਈ ਤੁਮਕੋ ਤਿਆਗ ਸਦਨ ਘੁਮਿਆਰਾ। ਕੀ ਕੀਤਾ ਹੈ, ਤੁਹਾਡੇ ਕੋਲ ਨਹੀਂ ਆਏ, ਤੁਹਾਡਾ ਸੁਨੇਹਾ ਗਿਆ ਸੀ, ਪਰ ਤੁਹਾਨੂੰ ਛੱਡ ਕੇ ਇੱਕ ਘੁਮਿਆਰ ਜਿਹੜਾ ਉਹਨਾਂ ਦਾ ਸਿੱਖ ਹੈ, ਸਿੱਖ ਦੇ ਘਰੇ ਡੇਰਾ ਲਾ ਲਿਆ। ਤਿਨਕੇ ਰਹੇ ਮਾਨ ਜੀ ਧਾਰਾ। ਆਵੇ ਇੱਥੇ ਹੁਣ ਇਹ ਕਹਿ ਰਿਹਾ ਹੈ ਵੀ ਉਹਨਾਂ ਦੇ ਘਰੇ ਆਪਣੇ ਮਨ ਦੀ ਮਰਜ਼ੀ ਕਰਕੇ ਰਹਿ ਰਹੇ ਨੇ। ਸਮਕਾਲੀ ਇਤਿਹਾਸ ਇਹ ਵੀ ਲਿਖਦੇ ਨੇ ਕਿ ਤੁਸਾਂ ਨੇ ਕਿਹਾ ਸੀ ਵੀ 2 ਲੱਖ ਜੁਰਮਾਨਾ ਭਰਨਾ ਹੈ। ਇਹਨਾਂ ਕੋਲ ਮਾਇਆ ਲੋਕ ਬਹੁਤ ਚੜ੍ਹਾਉਂਦੇ ਨੇ, ਬੜੀ ਮਾਇਆ ਚੜ੍ਹਦੀ ਹੈ। ਚੋਰ ਡਾਕੂ ਰੱਖਦੇ ਨੇ, ਧਾੜ ਵੀ ਰੱਖਦੇ ਨੇ। ਇਉਂ ਪਹਿਲਾਂ ਵੀ ਕਈ ਵਾਰੀ ਚੁਗਲੀਆਂ ਇਹਨਾਂ ਨੇ ਕੀਤੀਆਂ ਸੀ ਦੁਸ਼ਟ ਚੰਦੂ ਨੇ। ਨਾਲ ਮੁਰਤਜ਼ਾ ਖਾਂ ਨੇ। ਬਾਬੇ ਪ੍ਰਿਥੀ ਚੰਦ ਜੀ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ, ਹੈ ਉਹ ਵੀ ਨਾਲ ਹੀ ਸੀ। ਫਿਰ ਬਾਕੀ ਜਹਾਂਗੀਰ ਬਾਦਸ਼ਾਹ ਆਪ ਵੀ ਗੁਰੂ ਘਰ ਦਾ ਕੱਟੜ ਵਿਰੋਧੀ ਸੀ, ਕੱਟੜ। ਪਰ ਜੋ ਇਤਿਹਾਸਕਾਰ ਲਿਖ ਰਿਹਾ ਹੈ, ਇਹਨਾਂ ਨੇ ਜਹਾਂਗੀਰ ਬਾਦਸ਼ਾਹ ਦੀ ਥੋੜ੍ਹੀ ਜਿਹੀ ਤਰਫਦਾਰੀ ਕੀਤੀ ਹੋਈ ਹੈ ਕਿ ਉਸ ਸਮੇਂ ਦਾ ਇਤਿਹਾਸ ਜੈਸਾ ਮਿਲਿਆ ਉਹਨਾਂ ਨੇ ਲਿਖਿਆ। ਪਰ ਜਦੋਂ ਕੁਝ ਖੋਜਾਂ ਹੁੰਦੀਆਂ ਨੇ, ਇਤਿਹਾਸ ਨੂੰ ਲੱਭਦੇ ਨੇ, ਵਿਦਵਾਨ ਜਨ ਸੋਚਦੇ ਨੇ ਕੁਛ ਤਰਤੀਬ, ਤਾਂ ਸਾਰੀ ਗੱਲ ਸਾਹਮਣੇ ਆਉਂਦੀ ਹੈ।
ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀਆਂ ਚੁਗਲੀਆਂ ਕਰਦਾ ਹੈ, ਦੂਤੀ ਲਾਉਂਦਾ ਹੈ। ਕਹਾ ਸ਼ਾਹ ਸਭ ਉਨਕੇ ਧਾਮਾ, ਪਰ ਬਾਦਸ਼ਾਹ ਕਹਿਣ ਲੱਗਿਆ ਸਾਰੇ ਉਹਨਾਂ ਦੇ ਹੀ ਘਰ ਨੇ। ਗਰੀਬ ਨਵਾਜ ਤਿਨੋਂ ਕਾ ਨਾਮਾ, ਗਰੀਬ ਨਵਾਜ ਉਹ ਗਰੀਬਾਂ ਨੂੰ ਨਵਾਜਣ ਵਾਲੇ ਹਨ। ਇਸ ਤਰ੍ਹਾਂ ਭਾਵੇਂ ਹੁਣ ਬਾਦਸ਼ਾਹ ਨੇ ਕਹਿ ਦਿੱਤਾ, ਪਰ ਇਹ ਬਚਨ ਕਹੇ ਨਹੀਂ ਸੀ। ਬਾਦਸ਼ਾਹ ਦਾ ਆਪ ਚਾਹੁੰਦਾ ਸੀ, ਕਿਉਂਕਿ ਇਤਿਹਾਸਕਾਰ ਹੋਰ ਸਮਕਾਲੀ ਲਿਖਦੇ ਨੇ, ਡਿਊਟੀ ਲਾਈ ਬਾਦਸ਼ਾਹ ਜਹਾਂਗੀਰ ਨੇ ਮੁਰਤਜ਼ਾ ਖਾਂ ਦੀ। ਆਪਣੀ ਤੌਜ ਕੇ ਜਹਾਂਗੀਰੀ ਦੇ ਵਿੱਚ ਖੁਦ ਲਿਖਦਾ ਹੈ ਕਿ ਮੈਂ ਮੁਰਤਜ਼ਾ ਖਾਂ ਨੂੰ ਭੇਜਿਆ, ਉਹਨੇ ਪਕੜ ਕੇ ਮੇਰੇ ਪੇਸ਼ ਕੀਤਾ ਗੁਰੂ ਅਰਜਨ ਨੂੰ, ਅਤੇ ਮੈਂ ਫਿਰ ਉਹਨਾਂ ਨੂੰ ਡੰਨ ਲਾਇਆ ਸਜ਼ਾ ਵਾਸਤੇ। ਕਿਹਾ ਵੀ 2 ਲੱਖ ਰੁਪਈਆ ਭਰੋ। ਤੁਸਾਂ ਨੇ ਕਿਉਂ ਮੇਰਾ ਜਿਹੜਾ ਬਾਗੀ ਸੀ ਖੁਸਰੋ, ਮੇਰਾ ਹੀ ਪੁੱਤਰ, ਤੁਸੀਂ ਉਸ ਦੇ ਮੱਥੇ 'ਤੇ ਤਿਲਕ ਲਾਇਆ, ਉਹਦੀ ਆਸ਼ੀਰਵਾਦ ਦਿੱਤਾ। ਜੇ ਡੰਨ ਨਹੀਂ ਭਰਨਾ ਤਾਂ ਜੋ ਤੁਸੀਂ ਕਿਤਾਬ ਲਿਖੀ ਹੈ ਉਹਦੇ ਵਿੱਚ ਮੁਹੰਮਦ ਦੀ ਉਪਮਾ ਪਾਓ। ਜੇ ਇਹ ਨਹੀਂ ਪਾਉਣੀ ਤਾਂ ਇਸਲਾਮ ਕਬੂਲ ਕਰੋ। ਅਤੇ ਜੇ ਤਿੰਨੇ ਗੱਲਾਂ 'ਚੋਂ ਕੋਈ ਪ੍ਰਵਾਨ ਨਹੀਂ ਤਾਂ ਮੌਤ ਲਈ ਤਿਆਰ ਹੋਵੋ। ਯਾਸਾ ਸਜ਼ਾ ਥੱਲੇ ਮੈਂ ਹੁਕਮ ਦੇ ਦਿੱਤਾ ਸੀ ਮੁਰਤਜ਼ਾ ਖਾਂ ਨੂੰ। ਇਹ ਗੱਲਾਂ ਇਹਨੇ ਆਪ ਲਿਖੀਆਂ ਹੋਈਆਂ ਨੇ। ਚੰਦੂ ਕਹੇ ਸ਼ਾਹ ਕੋ ਬੈਨਾ, ਇਹ ਚੰਦੂ ਦੁਸ਼ਟ ਜਹਾਂਗੀਰ ਬਾਦਸ਼ਾਹ ਨੂੰ ਭੜਕਾਉਂਦਾ ਹੈ। ਸ਼੍ਰੀ ਗੁਰੂ ਰਹੇ ਹਮਾਰੇ ਐਨਾ, ਕੀ ਆਖਿਆ ਜਦੋਂ ਇਸ ਤਰ੍ਹਾਂ ਬਾਦਸ਼ਾਹ ਜਹਾਂਗੀਰ ਨੂੰ ਭੜਕਾਇਆ ਤਾਂ ਜਹਾਂਗੀਰ ਵੱਲੋਂ ਹੁਕਮ ਹੁੰਦਾ ਕਿ ਛੇਤੀ ਮੇਰੇ ਪੇਸ਼ ਕਰੋ। ਇੱਕ ਤਾਂ ਇਹ ਇਤਿਹਾਸ ਹੈ। ਦੂਸਰਾ ਇਹ ਵੀ ਆਉਂਦਾ ਹੈ, ਸਤਿਗੁਰੂ ਮਹਾਰਾਜ ਭਾਈ ਸੋਧੇ ਦੇ ਘਰ ਇੱਕ ਰਾਤ ਰਹੇ। ਦੂਸਰੇ ਦਿਨ ਸ਼ਾਮ ਦਾ ਵਕਤ ਹੋਇਆ। ਸ਼ਾਮ ਨੂੰ ਮਹਾਰਾਜ 5 ਗੁਰਸਿੱਖਾਂ ਨੂੰ ਲੈ ਕੇ ਜਹਾਂਗੀਰ ਦੀ ਕਚਹਿਰੀ ਆਪ ਪੇਸ਼ ਹੋ ਜਾਂਦੇ ਨੇ, ਆਪ ਪਹੁੰਚਦੇ ਨੇ। ਜਦੋਂ ਜਹਾਂਗੀਰ ਦੀ ਕਚਹਿਰੀ ਪਹੁੰਚੇ, ਜਹਾਂਗੀਰ ਨੇ ਸਤਿਗੁਰੂ ਮਹਾਰਾਜ ਵੱਲ ਦੇਖਿਆ, ਤੱਕਿਆ। ਪਰ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਜਹਾਂਗੀਰ ਨਾਲ ਮਿਲਾਪ ਨਹੀਂ ਹੋਇਆ, ਸਤਿਗੁਰੂ ਮਹਾਰਾਜ ਦੇ ਨਾਲ ਮੇਲ ਨਹੀਂ ਹੋਇਆ ਜਹਾਂਗੀਰ ਦਾ। ਇਹ ਕੁਛ ਹੋਰ ਖੋਜਾਂ ਕਰਨ ਵਾਲੀਆਂ ਨੇ ਇਹਨਾਂ ਗੱਲਾਂ ਦੀਆਂ। ਪਰ ਜਦੋਂ ਜਹਾਂਗੀਰ ਆਪ ਲਿਖ ਰਿਹਾ ਹੈ ਕਿ ਮੈਂ ਇਹ ਗੱਲਾਂ ਕਹੀਆਂ, ਤਾਂ ਫਿਰ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਮਿਲੇ। ਤਾਂ ਜਦੋਂ ਵਾਰਤਾਲਾਪ ਹੋਈ ਕਿ ਤੁਸੀਂ ਮੁਹੰਮਦ ਦੀ ਨਿੰਦਿਆ ਕੀਤੀ ਹੈ, ਤਾਂ ਸਤਿਗੁਰੂ ਮਹਾਰਾਜ ਨੇ ਬਚਨ ਉਚਾਰਨ ਕਰਕੇ ਸੁਣਾਏ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਕਿਹਾ ਕਿ ਤੁਸੀਂ ਤਿਲਕ ਲਾਇਆ, ਆਸ਼ੀਰਵਾਦ ਦਿੱਤੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨਾ ਹੀ ਅਸੀਂ ਕਿਸੇ ਨੂੰ ਆਸ਼ੀਰਵਾਦ ਦਿੱਤੀ ਹੈ, ਨਾ ਹੀ ਕਿਸੇ ਦੇ ਮੱਥੇ ਤਿਲਕ ਲਾਇਆ। ਤੁਸੀਂ ਇਮਦਾਦ ਕੀਤੀ ਹੈ। ਕਹਿੰਦੇ ਅਸੀਂ ਕੋਈ ਇਮਦਾਦ ਨਹੀਂ ਕੀਤੀ ਹੈ, ਇਹ ਝੂਠੀ ਗੱਲ ਹੈ। ਕਹਿੰਦੇ ਫਿਰ ਜੇ ਨਹੀਂ ਵੀ ਤਾਂ ਵੀ ਤੁਸੀਂ ਜੁਰਮਾਨਾ ਭਰੋ। ਤੁਸੀਂ ਸਰਕਾਰ ਦੇ ਨਾਲ, ਜਿਹੜਾ ਸਰਕਾਰ ਦਾ ਬਾਗੀ ਹੈ, ਉਹਦੀ ਸਹਾਇਤਾ ਕਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਵੀ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਜੋ ਵੀ ਆਉਂਦਾ ਸੰਗਤਾਂ ਵੱਲੋਂ ਆਉਂਦਾ ਹੈ, ਸੰਗਤਾਂ ਦੇ ਵਿੱਚ ਹੀ ਵਰਤ ਜਾਂਦਾ ਹੈ। ਪ੍ਰਮਾਤਮਾ ਦੇ ਨਿਰੰਕਾਰ ਦੇ ਨਾਮ 'ਤੇ ਲੰਗਰ ਚੱਲਦਾ ਹੈ। ਕਿਸੇ ਦਾ ਇਹ ਵਿਸ਼ੇਸ਼ਤਾ ਕਰਕੇ ਕਿਸੇ ਦਾ ਇਹ 'ਤੇ ਹੱਕ ਨਹੀਂ ਹੈ। ਫਿਰ ਮਹਾਰਾਜ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਦੀ ਸਿਫਤ ਪਾਓ। ਪਾਤਸ਼ਾਹ ਕਹਿੰਦੇ ਵੀ ਧੁਰਕੀ ਬਾਣੀ ਹੈ ਨਿਰੰਕਾਰ ਦੀ, ਅਕਾਲ ਪੁਰਖ ਦੀ, ਇਹਦੇ ਵਿੱਚ ਅਸਾਂ ਦਾ ਕੋਈ ਜ਼ੋਰ ਨਹੀਂ ਹੈ। ਇਹ ਵੀ ਜੋ ਧੁਰੋਂ ਆਇਆ ਉਹੀ ਲਿਖਿਆ ਹੈ, ਉਹੀ ਗਾਵਿਆ ਹੈ, ਉਹੀ ਸੰਗਤਾਂ ਨੂੰ ਸੁਣਾਇਆ ਹੈ। ਫਿਰ ਕਹਿਣ ਲੱਗਿਆ ਕਿ ਜੇ ਇਹ ਗੱਲ ਨਹੀਂ ਤਾਂ ਇਸਲਾਮ ਕਬੂਲ ਕਰੋ। ਮਹਾਰਾਜ ਕਹਿੰਦੇ ਅਸੀਂ ਧਰਮ ਬਦਲਣਾ ਗੁਨਾਹ ਹੈ। ਤਾਂ ਕਹਿਣ ਲੱਗਿਆ ਫਿਰ ਵੀ ਤੁਹਾਨੂੰ ਜਾਸਾ ਸਜ਼ਾ ਥੱਲੇ ਕਤਲ ਕੀਤਾ ਜਾਣਾ ਹੈ, ਮੌਤ ਦੇ ਘਾਟ ਉਤਾਰਿਆ ਜਾਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜੋ ਅਕਾਲ ਪੁਰਖ ਦੇ ਹੁਕਮ 'ਚ ਉਹ ਭਾਣਾ ਵਰਤਣਾ ਹੀ ਹੈ। ਸੋ ਇਸ ਤਰ੍ਹਾਂ ਕੁਛ ਵਾਰਤਾਲਾਪ ਹੋਈ।
ਸਤਿਗੁਰੂ ਮਹਾਰਾਜ ਜੀ ਨੂੰ ਫਿਰ ਆਖਰੇ ਜਹਾਂਗੀਰ ਨੇ ਯਾਸਾ ਸਜ਼ਾ, ਯਾਸਾ ਸ਼ਬਦ ਹੁੰਦਾ ਹੈ ਖਾਸ ਕਰਕੇ ਇਸ ਤਰੀਕੇ ਨਾਲ ਬੰਦਾ ਮਾਰਿਆ ਜਾਵੇ ਕਿ ਬਹੁਤ ਤੜਫ ਤੜਫ ਕੇ ਮਰੇ, ਸਰੀਰ ਦੇ ਵਿੱਚੋਂ ਖੂਨ ਨਾ ਨਿਕਲੇ। ਜਿਵੇਂ ਖੁਸਰੋ ਦੇ ਦੋ ਜਰਨੈਲ ਅਬਦੁਲ ਰਹੀਮ ਤੇ ਹਸਨ ਬੇਗ ਨੂੰ, ਇੱਕ ਨੂੰ ਗਊ ਦੀ ਖੱਲ ਦੇ ਵਿੱਚ, ਤਾਜ਼ੀ ਗਊ ਦੀ ਖੱਲ ਲਾ ਕੇ ਨਾ ਉਹਦੇ ਵਿੱਚ ਮੜ ਦਿੰਦੇ ਨੇ, ਸਿਉਂ ਦਿੰਦੇ ਨੇ। ਫਿਰ ਖੱਲ ਸੁੱਕਦੀ ਹੈ, ਬੰਦਾ ਅੰਦਰ ਘੁੱਟਿਆ ਜਾਂਦਾ ਹੈ, ਫਿਰ ਉਹ ਹੌਲੀ ਹੌਲੀ ਮਰਦਾ ਹੈ ਬਦਬੂ 'ਚ। ਇਸੇ ਤਰ੍ਹਾਂ ਦੂਸਰੇ ਦੋਵਾਂ ਨੂੰ ਮਾਰਿਆ ਸੀ, ਪਰ ਉਹ 4 ਪਹਿਰ ਦੇ ਅੰਦਰ ਅੰਦਰ ਹੀ ਮਰ ਗਏ ਸੀ। ਇਹ ਤੜਫਾ ਕੇ ਮਾਰਨਾ ਜਾਂ ਕੋਈ ਐਸੀ ਸਜ਼ਾ ਨਾਲ ਮਾਰਨਾ ਕਿ ਸਰੀਰ ਦੇ ਵਿੱਚੋਂ ਖੂਨ ਨਾ ਵਗੇ। ਖੂਨ ਵਗਣਾ ਗੁਨਾਹ ਮੰਨਿਆ ਜਾਂਦਾ ਹੈ। ਕਹਿੰਦੇ ਫਿਰ ਦੋਸ਼ ਲੱਗਦਾ ਹੈ, ਪਾਪ। ਦੇਖੋ ਮਾਰ ਰਹੇ ਨੇ, ਜ਼ੁਲਮ ਕਰ ਰਹੇ ਨੇ। ਜ਼ੁਲਮ ਵੀ ਐਸਾ ਅਤ ਘਿਨਾਉਣਾ, ਪਰ ਸਰੀਰ 'ਚੋਂ ਖੂਨ ਨਾ ਨਿਕਲੇ ਤਾਂ ਫਿਰ ਤਾਂ ਕਹਿੰਦੇ ਕੋਈ ਪਾਪ ਨਹੀਂ ਹੈ। ਜੇ ਖੂਨ ਨਿਕਲਦਾ ਫਿਰ ਉਹਨੂੰ ਗੁਨਾਹ ਮੰਨਦੇ ਨੇ। ਇਸ ਕਰਕੇ ਉਹਨੂੰ ਯਾਸਾ ਸਜ਼ਾ ਕਹਿੰਦੇ। ਕਿ ਯਾਸਾ ਸਜ਼ਾ ਹੇਠ ਫਰਮਾਨਾ ਲਿਖ ਕੇ ਮੁਰਤਜ਼ਾ ਖਾਨ ਨੂੰ ਦੇ ਦਿੰਦਾ ਹੈ। ਮੁਰਤਜ਼ਾ ਖਾਨ ਬੜਾ ਚਲਾਕ ਬੰਦਾ ਸੀ। ਇਹ ਜਾਣਦਾ ਸੀ ਸਤਿਗੁਰਾਂ ਦੀ ਮਹਿਮਾ, ਕਿਉਂਕਿ ਲਾਹੌਰ ਦਾ ਸੂਬਾ ਸੀ, ਸਾਰੇ ਸੰਗਤਾਂ ਨੂੰ ਜਾਣਦਾ ਸੀ, ਕਾਫੀ ਜ਼ਿਆਦਾ ਜਾਣਕਾਰੀ ਰੱਖਦਾ ਸੀ ਗੁਰੂ ਘਰ ਦੀ। ਇਹਨੇ ਸੋਚਿਆ ਕਿ ਮੈਂ ਆਪਣੇ ਸਿਰ ਦੇ ਉੱਤੇ ਦੋਸ਼ ਕਿਉਂ ਲਵਾਂ। ਦੂਸਰਾ ਇਹਦਾ ਸਾਥੀ ਚੰਦੂ ਨਾਲ ਹੀ ਸੀ। ਚੰਦੂ ਨੂੰ ਕਹਿਣ ਲੱਗਿਆ ਫਿਰ ਇਹਨੂੰ ਸਤਿਗੁਰਾਂ ਨੂੰ ਸਜ਼ਾ ਦੇਣੀ ਹੈ। ਚੰਦੂ ਕਹਿੰਦਾ ਮੇਰੇ ਹਵਾਲੇ ਕਰੋ। ਇਹ ਵੀ ਪ੍ਰਮਾਣ ਮਿਲਦਾ ਹੈ। ਚੰਦੂ ਨੇ ਮੁਰਤਜ਼ਾ ਖਾਨ ਨੂੰ ਕੁਛ ਪੈਸੇ ਵੀ ਦਿੱਤੇ ਕਿ ਮੈਂ ਆਪਣੀ ਹਵੇਲੀ 'ਚ ਲੈ ਜਾਣਾ, ਸਤਿਗੁਰੂ ਮੈਨੂੰ ਸੰਭਾਲ ਦਿਓ, ਮੈਂ ਮਨਾ ਲਵਾਂਗਾ। ਮੰਨ ਗਏ ਤਾਂ ਆਪਾਂ ਬਾਦਸ਼ਾਹ ਦਾ 2 ਲੱਖ ਰੋਜ਼ਾਨਾ ਭਰ ਦਿਆਂਗੇ। ਇਹ ਸਾਰੀਆਂ ਬਿਉਂਤਾਂ ਬਣਾਈਆਂ, ਗੋਂਦਾਂ ਗੁੰਦੀਆਂ। ਜਿੰਨਾ ਕੁ ਇਤਿਹਾਸ ਲੱਭਿਆ ਮੈਂ ਦਾਸ ਉਹਨਾਂ ਕੁ ਸੰਗਤਾਂ ਨਾਲ ਸਾਂਝਾ ਕਰਦਾ ਜਾ ਰਿਹਾ। ਇਸ ਤਰ੍ਹਾਂ ਆਖਰਕਾਰ ਇਹ ਚੰਦੂ ਦੀ ਚਲਾਕੀ ਹੈ ਜਿਹੜੀ ਚੱਲ ਜਾਂਦੀ ਹੈ। ਮੁਰਤਜ਼ਾ ਖਾਨ ਆਪਣੀ ਚਲਾਕੀ ਚਲਾ ਲੈਂਦਾ ਹੈ ਕਿ ਮੇਰੇ ਸਿਰ ਦੋਸ਼ ਨਾ ਲੱਗੇ। ਜਹਾਂਗੀਰ ਬਾਦਸ਼ਾਹ ਇਹ ਦੋਸ਼ ਤੋਂ ਨਿਰਲੇਪ ਵੀ ਰਹਿਣਾ ਚਾਹੁੰਦਾ ਹੈ ਅਤੇ ਆਪਣਾ ਕੰਮ ਵੀ ਕਰਨਾ ਚਾਹੁੰਦਾ ਹੈ। ਇਸ ਕਰਕੇ ਇਹਨੇ ਫਰਮਾਨਾ ਦੇ ਕੇ ਮੁਰਤਜ਼ਾ ਖਾਨ ਨੂੰ ਸੰਭਾਲ ਦਿੱਤਾ। ਕਿਉਂ ਸਤਿਗੁਰੂ ਮਹਾਰਾਜ ਗ੍ਰਿਫਤਾਰ ਕੀਤੇ ਗਏ। ਆਖਰ ਚੰਦੂ ਸਤਿਗੁਰੂ ਮਹਾਰਾਜ ਨੂੰ ਲੈ ਆਉਂਦਾ ਹੈ। ਸ੍ਰੀ ਗੁਰੂ ਰਹੇ ਹਮਾਰੇ ਐ ਨਾਲ। ਕੀ ਕਹਿੰਦਾ ਕਿ ਮੈਂ ਸਤਿਗੁਰਾਂ ਨੂੰ ਆਪਣੇ ਘਰ ਲੈ ਜਾਂਦਾ ਹਾਂ, ਮੇਰੇ ਘਰ ਰਹਿਣਗੇ। ਮੈਂ ਖੱਤਰੀ ਇਨ ਸੇਵ ਕਰਾਵੋ। ਕਿਉਂਕਿ ਮੈਂ ਖੱਤਰੀ ਹਾਂ, ਕਿਉਂਕਿ ਹੋਰ ਥਾਵੇਂ ਕੈਦ ਕੀਤੇ ਨਹੀਂ ਜਾ ਸਕਦੇ। ਇਹ ਗੱਲ ਜ਼ਰੂਰ ਹੈ, ਜਦੋਂ ਪੁਰਾਤਨ ਇਤਿਹਾਸਾਂ ਨੂੰ ਆਪਾਂ ਪੜ੍ਹਦੇ ਵਿਚਾਰਦੇ ਹਾਂ ਨਾ, ਤਾਂ ਇਹ ਗੱਲਾਂ ਆਉਂਦੀਆਂ ਨੇ ਲਾਜ਼ਮੀ। ਮੁਸਲਮਾਨਾਂ ਦੀ ਕੈਦ ਦੇ ਵਿੱਚ ਜਦੋਂ ਕੋਈ ਹਿੰਦੂ ਕੈਦ ਹੁੰਦਾ ਸੀ, ਹਿੰਦੂ ਨੂੰ ਭੋਜਨ ਪਾਣੀ ਦੇਣ ਵਾਸਤੇ ਹਿੰਦੂਏ ਰੱਖੇ ਜਾਂਦੇ ਸੀ। ਇਹ ਨਹੀਂ ਸੀ ਹੁੰਦਾ ਕਿ ਉਹਨਾਂ ਨੂੰ ਕੋਈ ਮੁਸਲਮਾਨ ਭੋਜਨ ਛਕਾਵੇ, ਉਹਨਾਂ ਦਾ ਦੀਨ ਭ੍ਰਿਸ਼ਟ ਕਰੇ। ਇਸ ਗੱਲ ਦਾ ਇਹ ਜ਼ਰੂਰ ਖਿਆਲ ਰੱਖਦੇ ਸੀ। ਹੁਣ ਵੀ ਇਹੀ ਖਿਆਲ ਇਹ ਵੀ ਵਿੱਚ ਲਿਆ ਗਿਆ। ਚੰਦੂ ਕਹਿਣ ਲੱਗਿਆ ਮੈਂ ਆਪਣੇ ਘਰੇ ਲੈ ਜਾਣਾ, ਭੋਜਨ ਪਾਣੀ ਛਕਾਵਾਂਗਾ। ਕਹਾ ਸ਼ਾਹ ਨਿਜ ਸੰਗ ਲੈ ਜਾਵੋ। ਬਾਦਸ਼ਾਹ ਜਹਾਂਗੀਰ ਕਹਿਣ ਲੱਗਿਆ ਠੀਕ ਹੈ, ਤੂੰ ਆਪਣੇ ਨਾਲ ਲੈ ਜਾ। 5 ਸਿੱਖ ਜੁਤ ਗੁਰ ਸੰਗ ਲੈ ਕੇ। ਇਉਂ ਚੰਦੂ ਦੁਸ਼ਟ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ 5 ਗੁਰਸਿੱਖਾਂ ਨੂੰ ਲੈ ਕੇ ਚੰਦੂ ਗਿਓ ਸਦਨ ਸੁਖ ਪੈ ਕੇ। ਚੰਦੂ ਆਪਣੇ ਘਰੇ ਗਿਆ ਬੜਾ ਖੁਸ਼ੀ ਖੁਸ਼ੀ ਕਿ ਅੱਜ ਮੇਰਾ ਕੰਮ ਬਣ ਜੂ। ਦੋਹਰਾ ਤਬੈ ਦੁਸ਼ਟ ਗ੍ਰਹਿ ਜਾਏ ਕੈ ਕੀਨੋ ਐਸ ਉਪਾਏ। ਜਦੋਂ ਇਸ ਦੀ ਹਵੇਲੀ ਦੇ ਵਿੱਚ ਚਲੇ ਗਏ ਸਤਿਗੁਰੂ ਮਹਾਰਾਜ ਜੀ ਤਾਂ ਇਸ ਨੇ ਯਤਨ ਕੀਤਾ। ਸਿੱਖ ਪੰਚੋ ਕੋ ਕੈਦ ਕਰ ਗੁਰ ਕੋ ਇਹ
ਅਲਾਏ। ਕੀ ਕਰਦਾ ਹੈ? ਪੰਜਾਂ ਗੁਰਸਿੱਖਾਂ ਨੂੰ ਜਿਹੜੀ ਮੁਰਲੀ ਡਿਊਟੀ ਸੀ ਨਾ ਅੰਦਰ ਬਣੀ ਦਾ, ਪੰਜੇ ਗੁਰਸਿੱਖ ਉੱਥੇ ਅੰਦਰ ਕੈਦ ਕਰ ਦਿੱਤੇ। ਸਤਿਗੁਰਾਂ ਨੂੰ ਇਹਨੇ ਅੰਦਰ ਕੈਦ ਕੀਤਾ, ਅੰਦਰ ਲਿਜਾ ਕੇ। ਚੌਪਈ ਤੁਮ ਕੁਕਰ ਮੋਹਿ ਕੀਨ ਉਚਾਰਾ। ਫਿਰ ਸਤਿਗੁਰੂ ਮਹਾਰਾਜ ਦੇ ਨਾਲ ਇਹ ਆਪਣੀ ਵਾਰਤਾਲਾਪ ਕਰਦਾ ਹੈ। ਕਹਿੰਦਾ ਦੇਖੋ ਮੇਰੀ ਪੁੱਤਰੀ ਦਾ ਰਿਸ਼ਤਾ ਤੁਹਾਨੂੰ ਭਾਵ ਕੇ ਗਿਆ ਸੀ, ਸਗਨ ਭੇਜਿਆ ਸੀ, ਤੁਸੀਂ ਨੇ ਵਾਪਸ ਮੋੜ ਦਿੱਤਾ। ਭਾਵੇਂ ਉਸ ਸਮੇਂ ਕੁਝ ਗੁਰਸਿੱਖਾਂ ਨੇ, ਕਿਉਂਕਿ ਬ੍ਰਹਮ ਗਿਆਨੀ ਕੀ ਗੁਰਸਿੱਖ ਸਨ ਜਿਨ੍ਹਾਂ ਨੇ ਕਹਿ ਦਿੱਤਾ ਸੀ ਕਿ ਦੁਸ਼ਟ ਦਾ ਰਿਸ਼ਤਾ ਮੋੜ ਦਿਓ। ਦਿੱਲੀ ਤੋਂ ਵੀ ਚਿੱਠੀ ਆ ਚੁੱਕੀ ਸੀ ਕਿ ਰਿਸ਼ਤਾ ਮੋੜ ਦਿਓ। ਕਿ ਇੱਕ ਮਸਤਾਨੇ ਗੁਰਸਿੱਖ ਨੇ ਇਹ ਵੀ ਆਉਂਦਾ ਕਿ ਭਾਈ ਸਾਲੋ ਜੀਆਂ ਨੇ ਉੱਠ ਕੇ ਕਹਿ ਦਿੱਤਾ ਸੀ ਕਿ ਉਹ ਦੁਸ਼ਟ ਕੁੱਤੇ ਦਾ ਰਿਸ਼ਤਾ ਨਹੀਂ ਲੈਣਾ, ਉਹ ਦੁਸ਼ਟ ਹੈ, ਭੌਂਕਦਾ, ਗੁਰੂ ਘਰ ਨੂੰ ਮੋਰੀ ਦੱਸਦਾ, ਆਪ ਚਬਾਰਾ ਬਣਦਾ ਹੈ। ਇਹ ਹੁਣ ਗੱਲ ਕਹਿ ਰਿਹਾ ਕਿ ਮੈਨੂੰ ਕੁੱਕਰ ਆਖਿਆ ਗਿਆ, ਕੁੱਤਾ ਆਖਿਆ ਗਿਆ। ਸੋ ਫਲ ਲਿਓ ਅਬੈ ਤਤਕਾਰਾ। ਕਹਿਣ ਲੱਗਿਆ ਵੀ ਹੁਣ ਉਸ ਗੱਲ ਦਾ ਮੈਂ ਫਲ ਦਿਆਂਗਾ। ਬੜੀ ਦੇਗ ਜਲ ਤਪਤ ਕਰਾਏ। ਹੁਣ ਇੱਥੇ ਕਵੀ ਜੀ ਸਿੱਧਾ ਹੀ ਸਤਿਗੁਰੂ ਮਹਾਰਾਜ ਜੀਆਂ ਨੂੰ ਤਸੀਹੇ ਦੇਣ ਦਾ ਜਿਹੜਾ ਢੰਗ ਹੈ, ਜੋ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਬਿਆਨ ਕੀਤਾ ਹੈ ਕਿ ਵੱਡੀ ਦੇਗ ਲਿਆਂਦੀ ਗਈ ਜਿਹਦੇ ਵਿੱਚ ਸਤਿਗੁਰੂ ਮਹਾਰਾਜ ਜੀਆਂ ਨੂੰ ਤਸੀਹੇ ਦੇਣ ਵਾਸਤੇ ਜਲ ਦੇ ਵਿੱਚ ਬਿਠਾ ਕੇ ਉਬਾਲਣਾ ਚਾਹੁੰਦੇ ਨੇ। ਪਰ ਸੁਣਨ ਵਾਲੀਆਂ ਸੰਗਤਾਂ ਧਿਆਨ ਰੱਖਿਓ, ਆਪਾਂ ਇਸ ਗੱਲ ਦਾ ਥੋੜ੍ਹਾ ਜਿਹਾ ਅੱਗੇ ਨਿਰਣਾ ਕਰਾਂਗੇ। ਪਾਛੇ ਇਹ ਬਿਦ ਬੈਣ ਸੁਣਾਏ। ਜਦੋਂ ਦੇਗ ਲਿਆਂਦੀ, ਦੇਗ ਦੇ ਵਿੱਚ ਮਹਾਰਾਜ ਨੂੰ ਬਿਠਾ ਦਿੱਤਾ ਤੇ ਫਿਰ ਬਚ ਕਹਿੰਦਾ ਹੈ ਸਗਾਈ ਮਮ ਪੁੱਤਰੀ ਕੀ ਲੀਜੈ। ਕੀ ਆਖਿਆ ਕਿ ਮੇਰੀ ਪੁੱਤਰੀ ਦੀ ਸੰਗਾਈ ਤੁਸੀਂ ਮਨਜ਼ੂਰ ਕਰੋ, ਨਹੀਂ ਤੋ ਇਸਮੈ ਬੈਠਣ ਕੀਜੈ। ਨਹੀਂ ਤਾਂ ਦੀਗ ਦੇ ਵਿੱਚ ਬੈਠ ਜਾਵੋ। ਰੇ ਮੋਣ ਗੁਰ ਜਲ ਬੈਠਾਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਚੰਦੂ, ਇਹ ਸੰਗਤਾਂ ਦਾ ਜੋ ਹੁਕਮ ਹੈ ਉਹ ਅਸੀਂ ਨਹੀਂ ਮੋੜ ਸਕਦੇ। ਤੇਰੀ ਪੁੱਤਰੀ ਦਾ ਰਿਸ਼ਤਾ ਅਸੀਂ ਨਹੀਂ ਪ੍ਰਵਾਨ ਕਰਨਾ। ਤਾਂ ਜਦੋਂ ਇਹ ਮਹਾਰਾਜ ਨੇ ਜਵਾਬ ਦੇ ਦਿੱਤਾ, ਪਰ ਇੱਥੇ ਕਵੀ ਕਹਿੰਦੇ ਨੇ ਮਹਾਰਾਜ ਬੋਲੇ ਹੀ ਨਹੀਂ, ਚੁੱਪ ਰਹੇ, ਚੁੱਪ ਨਹੀਂ ਸੀ ਰਹੇ, ਜਵਾਬ ਦਿੱਤਾ। ਤੇ ਉਸ ਸਮੇਂ ਇਸ ਦੁਸ਼ਟ ਨੇ ਸੀਤਲ ਗੰਗਾ ਸਮਸੋ ਪਾਏ। ਮਹਾਰਾਜ ਨੂੰ ਕਹਿ ਦਿੱਤਾ ਕਿ ਦੇਗ ਦੇ ਵਿੱਚ ਬੈਠੋ। ਸਤਿਗੁਰੂ ਮਹਾਰਾਜ ਉਬਲਦੀ ਦੇਗ ਦੇ ਵਿੱਚ ਬੈਠ ਜਾਂਦੇ ਹਨ। ਦੋਹਰਾ ਦੇਗ ਮਾਹੇ ਬੈਠੇ ਪ੍ਰਭੂ ਤਰੇ ਸੋ ਅਗਨ ਜਰਾਏ। ਮਹਾਰਾਜ ਦੇਗ 'ਚ ਬੈਠੀ ਥੱਲੇ ਅੱਗ ਮਚਾ ਦਿੱਤੀ ਹੈ। ਆਠ ਪੈਰ ਐਸੇ ਕੀਓ ਬਾਰਨ ਬਾਕਣ ਪਾਏ। ਕਿਉਂ ਕਹਿੰਦੇ ਨੇ ਕਿ 8 ਪੈਰ ਕਵੀ ਜੀ ਲਿਖ ਰਹੇ ਨੇ ਕਿ ਸਤਿਗੁਰੂ ਮਹਾਰਾਜ ਨਾਲ ਇਹ ਕਰਤੱਵ ਕੀਤਾ। ਪਰ ਦਿਨੇ ਕਰਮ ਕਰਦਾ ਸੀ ਐਸਾ ਦੁਸ਼ਟ, ਰੋਜ਼ ਦਿਨੇ ਮਹਾਰਾਜ ਨੂੰ ਸਜ਼ਾ ਦਿੰਦਾ ਸਵੇਰ ਤੋਂ ਹੀ। ਇਉਂ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਇਹ ਦੇਗ 'ਚ ਬੈਠਣ ਦੀ, ਉਬਾਲਣ ਦੀ ਸਜ਼ਾ ਦਿੱਤੀ। ਚੌਪਈ ਦੁਤੀਆ ਦਿਵਸ ਪਾਪੀਓ ਕੀਓ। ਹੁਣ ਦੂਸਰਾ ਦਿਨ ਆ ਜਾਂਦਾ ਹੈ, ਦੂਸਰੇ ਦਿਨ ਵੀ ਇਹ ਦੁਸ਼ਟ ਕਰਦਾ ਹੈ। ਪੰਚੋ ਸਿੱਖ ਨੇਤਰੀ ਦ੍ਰਿਸ਼ਟੀਓ। ਹੁਣ ਜਿਹੜੇ ਪੰਜੇ ਗੁਰਸਿੱਖ ਸੀ ਡਿਊਟੀ ਦੇ ਵਿੱਚ ਬੰਦ ਕੀਤੇ ਹੋਏ ਨੇ, ਕਿਉਂਕਿ ਇਹਦਾ ਵਿਚਾਲੇ ਵਿਹੜਾ ਖੁੱਲ੍ਹਾ ਸੀ, ਖੁੱਲ੍ਹੇ ਵਿਹੜੇ ਦੇ ਵਿੱਚ ਇਹ ਕੰਮ ਕਰਦਾ। ਤੇ ਉਹ ਗੁਰਸਿੱਖਾਂ ਨੂੰ ਟਾਕੀ ਥਣੀ ਭਾਈ ਪੈੜਾ ਜੀ, ਭਾਈ ਜੇਠਾ ਜੀ ਵੀ ਬ੍ਰਹਮ ਗਿਆਨੀ ਗੁਰਸਿੱਖ ਸਨ। ਉਹਨਾਂ ਨੂੰ ਇਹ ਗੱਲ ਦੇ ਪਤਾ ਲੱਗ ਗਿਆ ਕਿ ਸਤਿਗੁਰੂ ਮਹਾਰਾਜ ਨੂੰ ਤਸੀਹੇ ਦੇ ਰਿਹਾ ਦੁਸ਼ਟ। ਫਿਰ ਉਹਨਾਂ ਨੂੰ ਬੜਾ ਰੋਸ ਆ ਜਾਂਦਾ ਹੈ। ਚਾਹੇ ਧਰਤੀ ਉਲਟੀ ਕਰੇ। ਤਾਂ ਉਸ ਸਮੇਂ ਆਉਂਦਾ ਇਤਿਹਾਸ ਦੇ ਵਿੱਚ ਭਾਈ ਪ੍ਰਾਣਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਬੋਲ ਉੱਠੇ, ਮੈਨੂੰ ਹੁਕਮ ਕਰ ਦਿਓ, ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿੰਦਾ। ਕਿਉਂ ਜੋਸ਼ ਦੇ ਵਿੱਚ ਭਾਈ ਪ੍ਰਾਣਾ ਜੀ ਨੇ ਆਖਿਆ ਗੁਰ ਕੀ ਆਗਿਆ ਨਹੀਂ ਓ ਡਰੈ। ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਪ੍ਰਾਣਾ ਜੀ, ਆਪਾਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ, ਉਹਦਾ ਭਾਣਾ ਮੰਨਣਾ ਹੈ। ਇਉਂ ਕਰਕੇ ਭਾਈ ਪ੍ਰਾਣਾ ਜੀ ਗੁਰੂ ਦੇ ਹੁਕਮ ਵਿੱਚ ਆਗਿਆ ਵਿੱਚ ਰਹੇ। ਬਾਰੂ ਅਦਕ ਤਪਤ ਕਰਵਾਈ। ਇਹ ਕੀਤਾ ਬਹੁਤ ਜ਼ਿਆਦੇ ਰੇਤਾ ਤੱਤਾ ਕਰਾ ਲਿਆ, ਬਾਲਾ ਜ਼ਿਆਦੇ। ਸ੍ਰੀ ਗੁਰੂ ਤੈਂ ਪਰ ਦੀਏ ਬਿਠਾਈ। ਤੱਤੇ ਰੇਤੇ ਦੀ ਢੇਰੀ ਲਾ ਕੇ ਫਿਰ ਕਹਿਣ ਲੱਗਿਆ ਕਿ ਇਹਦੇ ਉੱਤੇ ਬੈਠੋ, ਆਖੋ ਸਤਨਾਮ ਸ੍ਰੀ ਵਾਹਿਗੁਰੂ।
ਪਰ ਜਿਹੜੇ ਤਸੀਹਿਆਂ ਦੀ ਆਰੰਭਤਾ ਹੁੰਦੀ ਆ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਨੂੰ ਪਹਿਲੇ ਦਿਨ ਵਾਰਤਾਲਾਪ ਕਰਦਾ ਰਿਹਾ, ਧੁੱਪੇ ਬਿਠਾਇਆ, ਭੁੱਖੇ ਰੱਖਿਆ, ਪਾਣੀ ਨਹੀਂ ਦਿੱਤਾ। ਜੇਠ ਦਾ ਮਹੀਨਾ ਆਪਾਂ ਹੁਣ ਵੀ ਦੇਖਦੇ ਹਾਂ, ਜਦੋਂ ਆਹ ਦਿਨ ਆ ਜਾਂਦੇ ਨੇ, ਜਿਹੜਾ ਅੱਜ ਤੀਜ ਹੈ, ਕੱਲ੍ਹ ਨੂੰ ਚੌਥ, ਕੱਲ੍ਹ ਨੂੰ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ। ਇਹਨਾਂ ਦਿਨਾਂ 'ਚ ਆ ਕੇ ਪੂਰੇ ਜੋਬਨ ਦੀ ਧੁੱਪ ਪੈਂਦੀ ਹੈ। ਹੋਇਆ ਕਿਤੇ ਕਣੀਆਂ ਪੈ ਜਾਣ, ਨਹੀਂ ਤਾਂ ਲਾਜ਼ਮੀ ਪੂਰੇ ਜੋਸ਼ ਦੀ ਧੁੱਪ ਪੈਂਦੀ ਹੈ। ਸਤਿਗੁਰੂ ਮਹਾਰਾਜ ਨੂੰ ਸਾਰਾ ਦਿਨ ਧੁੱਪੇ ਬਿਠਾ ਕੇ ਰੱਖਿਆ। ਇੱਕੋ ਹੀ ਵਸਤਰ ਦੀ ਸੀਸ 'ਤੇ ਇੱਕੋ ਹੀ ਮਹਾਰਾਜ ਦੇ ਸ਼ਹਿਰਾ ਸੀ। ਬਾਕੀ ਵਸਤਰ ਲਹਾ ਦਿੱਤੇ ਵੀ ਜਾਂ ਤਾਂ ਮੰਨ ਜਾਓ, ਜਾਂ ਫਿਰ ਅਗਲੀਆਂ ਮੈਂ ਕਾਰਵਾਈ ਸ਼ੁਰੂ ਕਰਾਂਗਾ। ਪਹਿਲੇ ਦਿਨ ਭੁੱਖੇ ਰੱਖਣਾ, ਧੁੱਪੇ ਬਿਠਾ ਕੇ ਰੱਖਣਾ। ਜਦੋਂ ਮਹਾਰਾਜ ਨਾ ਮੰਨੇ ਤਾਂ ਦੂਸਰਾ ਦਿਨ ਸੀ। ਦੂਸਰੇ ਦਿਨ ਰੇਤੇ ਨੂੰ ਗਰਮ ਕਰਾ ਕੇ ਢੇਰੀ ਲਵਾ ਦਿੱਤੀ। ਫਿਰ ਸਤਿਗੁਰੂ ਮਹਾਰਾਜ ਨੂੰ ਕਹਿੰਦਾ ਇਹਦੇ ਉੱਤੇ ਬੈਠੋ। ਸਤਿਗੁਰੂ ਪਾਤਸ਼ਾਹ ਦੂਸਰੇ ਦਿਨ ਤੱਤੇ ਰੇਤੇ ਦੇ ਉੱਤੇ ਫਿਰ ਚੌਂਕੜਾ ਲਾਉਂਦੇ ਹਨ। ਬਾਰੂ ਅਧਿਕ ਤਪਤ ਕਰਵਾਈ, ਬਹੁਤ ਜ਼ਿਆਦਾ ਬਾਰੂ ਰੇਤਾ ਤੱਤਾ ਕਰਾ ਲਿਆ, ਭਸਦਾ ਕਰਾ ਲਿਆ। ਸ੍ਰੀ ਗੁਰੂ ਤੈਂ ਪਰ ਦੀਏ ਬਿਠਾਈ, ਸੱਚੇ ਸਤਿਗੁਰੂ ਮਹਾਰਾਜ ਉਸ ਰੇਤੇ ਦੇ ਉੱਤੇ ਬਿਠਾ ਦਿੱਤੇ ਨੇ। ਉੱਪਰ ਤਪਤ ਰੇਤ ਸਿਰ ਡਾਰੈ, ਇਹ ਰੇਤਾ ਉੱਤੇ ਵੀ ਪਾਉ ਰਹੇ ਨੇ ਮਹਾਰਾਜ ਦੇ ਪਾਵਨ ਸੀਸ ਤੇ। ਸ੍ਰੀ ਗੁਰੂ ਮੋਨ ਨ ਬਚਨ ਉਚਾਰੈ, ਪਰ ਸਤਿਗੁਰੂ ਮਹਾਰਾਜ ਆਪਣੇ ਆਨੰਦ ਵਿੱਚ ਨਹੀਂ, ਚੁੱਪ ਨੇ, ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਕਹਿ ਰਹੇ। ਇਹ ਕਹਿੰਦਾ ਵੀ ਮੰਨ ਜੋ, ਹਲ ਵੀ ਵਕਤ ਹੈ। ਮਹਾਰਾਜ ਸ਼ਾਂਤ ਚਿੱਤ, ਸ਼ਾਂਤੀ ਦੇ ਸੋਮੇ, ਖਿਮਾ ਦੇ ਸਮੁੰਦਰ, ਦਇਆ ਦੇ ਸਾਗਰ, ਮੀਰਾਂ ਦੇ ਦਾਤੇ। ਬਸ ਇੱਕੋ ਹੀ ਗੱਲ ਕਹਿੰਦੇ ਨੇ, ਗੁਰਸਿੱਖਾਂ ਦਾ ਹੁਕਮ, ਸੰਗਤਾਂ ਦਾ ਹੁਕਮ ਅਸੀਂ ਮੇਟ ਨਹੀਂ ਸਕਦੇ ਹਾਂ। ਚੰਦੂ ਤੇਰੀ ਪੁੱਤਰੀ ਦਾ ਰਿਸ਼ਤਾ ਨਾ ਮਨਜ਼ੂਰ ਹੈ। ਸੋ ਇਸ ਤਰ੍ਹਾਂ ਇਹ ਦੂਸਰੇ ਦਿਨ ਦੀ ਮਹਾਰਾਜ ਦੀ ਸਜ਼ਾ ਸੀ ਰੇਤੇ 'ਤੇ। ਸੋ ਹੁਣ ਜਿਹੜੀ ਅਗਲੀਆਂ ਸਜ਼ਾਵਾਂ ਨੇ ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਸਮੇਂ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਮਾਫ਼ ਕਰਨੀਆਂ, ਫਤਿਹ ਪ੍ਰਵਾਨ ਕਰਨੀ ਜੀਓ। ਬਾਰੂ ਅਧਿਕ ਤਪਤ ਕਰਵਾਈ, ਸ੍ਰੀ ਗੁਰੂ ਤੈਂ ਪਰ ਦੀਏ ਬਿਠਾਈ। ਉੱਪਰ ਤਪਤ ਰੇਤ ਸਿਰ ਡਾਰੈ, ਸ੍ਰੀ ਗੁਰੂ ਮੋਨ ਨ ਬਚਨ ਉਚਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।